ऐसा काला नेरा ऐसा काला समा टेंडर साडे सिस्टम च कदे नहीं आया जो भारत भूषण आशू जी ने 3 साल चलाया 20 21 22 आर के सिंगला जी डिसमिस किए गए उन्होंने तो पॉलिसी बनाई उन्होंने काम किने दिता साडी जैनुअन शिकायत है ਉਹਦੇ ਤੇ ਵਿਜੀਲੈਂਸ ने कार्रवाई की है ਸਾਡੇ ਨਾਲ खुला चैलेंज करन जिते डिबेट करनी है फैक्ट्स के उपर एविडेंस के उपर पेपर के उपर गल करन रही गल आम आदमी नाल साडा कोई संबंध नहीं साडा किसी सरकार नाल कोई संबंध नहीं असीं हैगे सच्चे पक्के जिथे मर्जी चलन जिथे मर्जी लड़न जो मर्जी गल करन ਅਸੀਂ ਜਿੱਤਾਂਗੇ 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 ਇਹਨਾਂ ਨੇ ਸਾਡੇ ਟੈਂਡਰ ਸਿਸਟਮ ਨੂੰ ਕੈਪਚਰ ਕਰ ਲਿਆ ਸੀ ਪਹਿਲਾਂ ਤਾਂ ਬਿੱਟੂ ਜੀ ਇਹ ਪ੍ਰੂਵ ਕਰ ਦੇਣ ਅਸੀਂ ਆਸ਼ੂ ਜੀ ਦੇ ਘਰੇ ਗਏ ਆ ਜੋ ਕਹਿਣਗੇ ਉਹ ਹੋਏਗਾ ਦੂਸਰੇ ਨੰਬਰ ਤੇ ਉਹਦੇ ਵਿੱਚ ਲੁੱਟ ਖਸੁੱਟ ਦਾ ਇੱਕ ਨਵਾਂ ਸਿਸਟਮ ਬਣਾਇਆ ਨਵੀਂ ਪਾਲਿਸੀ ਬਣਾਈ ਇਹ ਸਾਰੀ ਚੀਜ਼ ਦੀ ਲੁੱਟ ਨੂੰ ਅੰਜਾਮ ਦੇ ਕੇ ਪੈਸਾ ਆਪਸ ਵਿੱਚ ਵੰਡਿਆ ਬਿੱਟੂ ਜੀ ਨੇ ਐਕਸੈਪਟ ਕਰ ਲਿਆ ਵੀ ਠੇਕੇਦਾਰ ਆਸ਼ੂ ਜੀ ਦੇ ਘਰੇ ਜਾਂਦੇ ਸੀਗੇ ਠੇਕਿਆਂ ਲਈ ਐਕਸੈਪਟ ਕਰ ਲਿਆ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਕੱਲ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਵਾ ट्रांसपोर्ट टेंडर घोटाले ਨੂੰ ਲੈ ਕੇ ਵੱਡੀ ਕਾਰਵਾਈ ਵਿਜੀਲੈਂਸ ਵੱਲੋਂ ਕੀਤੀ ਗਈ ਸੀਗੀ ਸਾਡੇ ਨਾਲ ਮੌਜੂਦ ਨੇ ਉਹ ਟਰਾਂਸਪੋਰਟਰ ਜਿਨ੍ਹਾਂ ਦੀ ਸ਼ਿਕਾਇਤ ਦੇ ਉੱਤੇ ਜਾਂਚ ਕਰਨ ਤੋਂ ਬਾਅਦ ਵਿਜੀਲੈਂਸ ਵੱਲੋਂ ਇਹ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਸਾਡੇ ਨਾਲ ਮੌਜੂਦ ਨੇ ਗੁਰਪ੍ਰੀਤ ਸਿੰਘ ਜੀ ਤੁਹਾਡੀ ਸ਼ਿਕਾਇਤਾਂ ਦੇ ਉੱਤੇ ਜਾਂਚ ਕਰਨ ਤੋਂ ਬਾਅਦ ਵਿਜੀਲੈਂਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਗ੍ਰਿਫਤਾਰ ਕੀਤਾ ਗਿਆ ਕਿਸ ਤਰ੍ਹਾਂ ਦੇਖਦੇ ਹੋ ਪਹਿਲਾਂ ਸਭ ਤੋਂ ਪਹਿਲਾਂ ਇਸ ਵਿਜੀਲੈਂਸ ਦੀ ਕਾਰਵਾਈ ਨੂੰ ਲੈ ਕੇ ਅਸੀਂ ਇਸ ਕਾਰਵਾਈ ਦਾ ਬਹੁਤ ਜ਼ਿਆਦਾ ਸਵਾਗਤ ਕਰਦੇ ਹਾਂ ਕਿਉਂਕਿ ਇਹ ਕਾਰਵਾਈ ਨਾਲ ਸਾਨੂੰ ਜੋ ਉਮੀਦ ਸੀ ਉਮੀਦ ਤੋਂ ਜ਼ਿਆਦਾ ਸਾਨੂੰ ਇਨਸਾਫ ਮਿਲਦਾ ਆਸ ਅੱਗੇ ਲਈ ਜਾਗੀ ਹੈ ਕਿਉਂਕਿ ਇਹ ਧੱਕੇਸ਼ਾਹੀ ਇੰਨੀ ਜ਼ਿਆਦਾ ਹੋਈ ਇਸ ਧੱਕੇਸ਼ਾਹੀ ਦਾ ਸਾਨੂੰ ਮਜਬੂਰਨ ਹੋ ਕੇ ਵਿਰੋਧ ਕਰਨਾ ਪਿਆ ਤੇ ਅੱਜ ਸਾਡੀ ਜੋ ਵਿਰੋਧ ਸੀ ਉਹ ਕਿਸੇ ਮੁਕਾਮ ਤੇ ਪਹੁੰਚਦਾ ਹੋਇਆ ਦਿਸ ਰਿਹਾ ਹੈ ਸਾਨੂੰ ਤਾਂ ਲੱਗਦਾ ਹੈ ਕਿ ਕਿਸ ਤਰ੍ਹਾਂ ਦੀ ਸ਼ਿਕਾਇਤ ਕੀਤੀ ਗਈ ਸੀਗੀ ਕਿ ਵਿਜੀਲੈਂਸ ਨੂੰ ਵੀ ਤੁਹਾਡੀ ਸ਼ਿਕਾਇਤਾਂ ਦੇ ਉੱਤੇ ਕਾਰਵਾਈ ਕਰਨ ਨੂੰ ਮਜਬੂਰ ਹੋਣਾ ਪਿਆ ਕਿ ਦੂਜੇ ਪਾਸੇ ਕਾਂਗਰਸ ਕਹਿ ਰਹੀ ਹੈ ਕਿ ਇਹ ਪੋਲੀਟੀਕਲ ਵੈਂਡੇਟਾ ਖੇਡ ਰਹੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦੇਖੋ ਜੀ ਸਾਡਾ ਪੋਲੀਟੀਕਲ ਵੈਂਡੇਟਾ ਮੈਂਡੇਟਾ ਸ਼ੈਂਡੇਟਾ ਨਾਲ ਕੋਈ ਸੰਬੰਧ ਨਹੀਂ ਅਸੀਂ ਇੱਕ ਆਮ ਨਾਗਰਿਕ ਹੈ ਅਸੀਂ ਇੱਕ ਆਮ ਕੰਮ ਕਰਦੇ ਹਾਂ ਜੈਨੂਅਨ ਬਿਡਰ ਹੈ ਜੈਨੂਅਨ ਕੰਟਰੈਕਟਰ ਹੈ ਸਾਡੀ ਜੈਨੂਅਨ ਸ਼ਿਕਾਇਤ ਹੈ ਉਹਦੇ ਤੇ ਵਿਜੀਲੈਂਸ ਨੇ ਕਾਰਵਾਈ ਕੀਤੀ ਹੈ ਜੋ ਵੈਂਡੇਟਾ ਦੀ ਗੱਲ ਕਰ ਰਹੇ ਹੋ ਐਸਾ ਕੁਝ ਨਹੀਂ ਹੈ ਜੋ ਅਸੀਂ ਕਾਰਵਾਈ ਕੀਤੀ ਹੈ ਉਹਦਾ ਕਾਰਨ ਇਹ ਸੀ ਇਹਨਾਂ ਨੇ ਸਾਡੇ ਟੈਂਡਰ ਸਿਸਟਮ ਨੂੰ ਕੈਪਚਰ ਕਰ ਲਿਆ ਸੀ ਕੈਪਚਰ ਕਰਨ ਤੋਂ ਬਾਅਦ ਉਹਦੇ ਵਿੱਚ ਲੁੱਟ ਖਸੁੱਟ ਦਾ ਇੱਕ ਨਵਾਂ ਸਿਸਟਮ ਬਣਾਇਆ ਨਵੀਂ ਪਾਲਿਸੀ ਬਣਾਈ ਤੇ ਉਹਦੇ ਮੁਤਾਬਕ ਹੀ ਇਹਨਾਂ ਨੇ ਸਾਰਾ ਸਿਸਟਮ ਚਲਾਇਆ ਤੇ ਨਾਲ ਹੀ ਵੱਡੇ ਠੇਕੇਦਾਰ ਤੈਅ ਕਰਕੇ ਉਹਨਾਂ ਨਾਲ ਸੌਦੇ ਕੀਤੇ ਸੌਦੇ ਕਰਨ ਤੋਂ ਬਾਅਦ ਇਹ ਸਾਰੀ ਚੀਜ਼ ਦੀ ਲੁੱਟ ਨੂੰ ਅੰਜਾਮ ਦੇ ਕੇ ਪੈਸਾ ਆਪਸ ਵਿੱਚ ਵੰਡਿਆ ਤਾਂ ਪਰ ਜਿਵੇਂ ਤੇਲੂ ਰਾਮ ਜਿਹੜਾ ਠੇਕੇਦਾਰ ਫੜਿਆ ਗਿਆ ਵਾ ਤੇ ਉਹਨਾਂ ਦਾ ਕਹਿਣਾ ਹੈ ਕਿ ਜਿਵੇਂ ਵਿਜੀਲੈਂਸ ਕਹਿੰਦੀ ਹੈ ਕਿ ਸਕੂਟਰਾਂ ਮੋਟਰਸਾਈਕਲਾਂ ਦੇ ਨੰਬਰ ਤੇ ਟਰਾਂਸਪੋਰਟੇਸ਼ਨ ਕੀਤੀ ਗਈ ਉਸ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਵਾ ਤੁਸੀਂ ਕਿਸ ਤਰ੍ਹਾਂ ਆਪਣੀ ਸ਼ਿਕਾਇਤ ਦੇ ਵਿੱਚ ਕਿਹੜੇ ਜਿਹੜੇ ਤੱਥ ਰੱਖੇ ਸੀਗੇ ਜਿਸ ਨੂੰ ਲੈ ਕੇ ਇਹ ਵੱਡੀ ਕਾਰਵਾਈ ਹੋਈ ਆ ਸਰ ਅਸੀਂ ਆਪਣੀ ਸ਼ਿਕਾਇਤ ਵਿੱਚ ਕਿਹਾ ਸੀ ਵੀ ਇਹਨਾਂ ਨੇ ਫੇਕ ਕਾਗਜ਼ ਲਾਏ ਆ ਜੋ ਕਿ ਉਹਦੇ ਵਿੱਚ ਸਾਬਿਤ ਹੋ ਗਿਆ ਹੁਣ ਉਹ ਕਿਉਂ ਉਹਨਾਂ ਨੇ ਚਲਾਏ ਨਹੀਂ ਚਲਾਏ ਕਿੱਦਾਂ ਹੋਇਆ ਉਹਦਾ ਜਵਾਬ ਤੇਲੂ ਰਾਮ ਜੀ ਦੇਣਗੇ ਸਾਡਾ ਸੀਗਾ ਵੀ ਇਹਨਾਂ ਦੇ ਫੇਕ ਕਾਗਜ਼ ਨੇ ਉਹ ਸਾਬਿਤ ਹੋ ਗਿਆ ਤਾਂ ਹੁਣ ਕਾਰਵਾਈ ਨੂੰ ਕਿਸ ਤਰ੍ਹਾਂ ਦੇ ਦਿਓ ਤਾਂ ਕਿਹਾ ਜਾਂਦਾ ਕਿ ਜਿਹੜੀ ਹੈ ਇਸ ਕਾਰਵਾਈ ਨੂੰ ਲੈ ਕੇ ਕਾਂਗਰਸੀ ਤੁਹਾਡੇ ਤੇ ਵੀ ਵੱਡੇ ਐਲੀਗੇਸ਼ਨ ਲਗਾਉਂਦੇ ਨਜ਼ਰ ਆਉਂਦੇ ਨੇ ਕਹਿੰਦੇ ਨੇ ਕਿ ਕੰਟਰੈਕਟਰ ਜਿਹੜੇ ਨੇ ਗਲਤ ਜਿਹੜੀ ਹੈ ਸ਼ਿਕਾਇਤਾਂ ਕੀਤੀਆਂ ਕੱਲ ਪ੍ਰੋਟੈਸਟ ਵੀ ਕੀਤਾ ਤੁਸੀਂ ਮੋਹਾਲੀ ਦੇ ਵਿੱਚ ਕਹਿੰਦੇ ਚੁਣਿੰਦਾ ਟਰਾਂਸਪੋਰਟਰ ਨੇ ਆਮ ਆਦਮੀ ਪਾਰਟੀ ਦੇ ਹੱਥਾਂ ਦੇ ਵਿੱਚ ਖੇਡ ਰਹੇ ਨੇ ਦੇਖੋ ਜੀ ਉਹਨਾਂ ਦੀ ਬਿਲਕੁਲ ਬੇਬੁਨਿਆਦੀ ਗੱਲ ਹੈ ਅਸੀਂ ਕਿਸੇ ਦੇ ਹੱਕ 'ਚ ਨਹੀਂ ਖੇਡ ਰਹੇ ਉਹ ਸਾਬਿਤ ਕਰ ਦੇਣ ਮੈਂ ਇਸ ਕੰਪਲੇਂਟ ਨੂੰ ਹੱਥ ਜੋੜ ਕੇ ਚਲਾ ਜਾਵਾਂਗਾ ਜੇ ਉਹ ਸਾਬਿਤ ਕਰ ਦਿੰਦੇ ਜਾਂ ਫਿਰ ਉਹ ਸਾਡੇ ਨਾਲ ਖੁੱਲਾ ਚੈਲੰਜ ਕਰਨ ਜਿੱਤੇ ਡਿਬੇਟ ਕਰਨੀ ਹੈ ਫੈਕਟਸ ਦੇ ਉੱਪਰ ਐਵੀਡੈਂਸ ਦੇ ਉੱਪਰ ਪੇਪਰ ਦੇ ਉੱਪਰ ਗੱਲ ਕਰਨ ਫਿਰ ਅਸੀਂ ਉਹਨਾਂ ਨੂੰ ਇੱਕ ਇੱਕ ਗੱਲ ਦਾ ਜਵਾਬ ਦੇਵਾਂਗੇ ਇੱਕ ਇੱਕ ਸਮੇਂ ਦਾ ਜਵਾਬ ਦੇਵਾਂਗੇ ਜੋ ਅਸੀਂ ਕੀਤਾ ਜੋ ਅਸੀਂ ਫੇਸ ਕੀਤਾ ਜੋ ਅਸੀਂ ਦੇਖਿਆ ਪਰ ਐਦਾਂ ਗੱਲਾਂ ਨਾਲ ਨਹੀਂ ਹੋਣਾ ਰਹੀ ਗੱਲ ਆਮ ਆਦਮੀ ਨਾਲ ਸਾਡਾ ਕੋਈ ਸੰਬੰਧ ਨਹੀਂ ਸਾਡਾ ਕਿਸੇ ਸਰਕਾਰ ਨਾਲ ਕੋਈ ਸੰਬੰਧ ਨਹੀਂ ਅਸੀਂ ਇੱਕ ਜੈਨੂਅਨ ਸ਼ਿਕਾਇਤ ਕੀਤੀ ਸੀ 2 ਮਾਰਚ ਨੂੰ ਵਿਜੀਲੈਂਸ ਸਰਕਾਰ ਬਣਦੀ ਹੈ 10 ਮਾਰਚ ਨੂੰ ਉਸ ਤੋਂ ਪਹਿਲਾਂ ਲੁਧਿਆਣਾ ਦੇ ਵਿੱਚ ਅਸੀਂ 30 ਦਸੰਬਰ 2021 ਨੂੰ ਪ੍ਰੈਸ ਕਾਨਫਰੰਸ ਕੀਤੀ ਸੀ ਉਸ ਤੋਂ ਪਹਿਲਾਂ ਅਗਸਤ ਵਿੱਚ ਚੰਡੀਗੜ੍ਹ ਪ੍ਰੈਸ ਕਲੱਬ ਦੇ ਵਿੱਚ 2021 'ਚ ਪ੍ਰੈਸ ਕਾਨਫਰੰਸ ਹੁੰਦੀ ਆ ਉਸ ਤੋਂ ਪਹਿਲਾਂ ਅਕਤੂਬਰ ਦੇ ਵਿੱਚ ਨਵਾਂ ਸ਼ਹਿਰ 2020 ਦੇ ਵਿੱਚ ਪ੍ਰੈਸ ਕਾਨਫਰੰਸ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਲੋਕ ਵਿਰੋਧ ਕਰਦੇ ਰਹੇ ਆ ਪਰ ਪੁਰਾਣੀ ਸਰਕਾਰ ਨੇ ਸੁਣਵਾਈ ਨਹੀਂ ਕੀਤੀ ਜੇ ਨਵੀਂ ਸਰਕਾਰ ਨੇ ਸੁਣਵਾਈ ਕੀਤੀ ਤਾਂ ਉਹਨਾਂ ਦੇ ਢਿੱਡ ਪੀੜ ਹੋ ਰਹੀ ਆ ਉਹਦੇ ਬਹਾਨੇ ਲਾ ਕੇ ਉਹ ਇੱਕ ਆਪਣਾ ਦੁਸ਼ਪ੍ਰਚਾਰ ਕਰਕੇ ਆਪਣਾ ਫਾਇਦਾ ਲੈਣਾ ਚਾਹੁੰਦੇ ਜੋ ਨਹੀਂ ਮਿਲੇਗਾ ਅਸੀਂ ਵਿਜੀਲੈਂਸ ਦੇ ਨਾਲ ਹੈ ਸਾਨੂੰ ਜਿੱਥੇ ਲੋੜ ਪਏਗੀ ਅਸੀਂ ਵਿਜੀਲੈਂਸ ਦੇ ਲਈ ਹੱਕ ਦੇ ਵਿੱਚ ਖੜਾਂਗੇ ਲੜਾਂਗੇ ਮਰਾਂਗੇ ਜੋ ਮਰਜ਼ੀ ਕਰਨਾ ਪਵੇ ਸਾਨੂੰ ਕਰਾਂਗੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਵੀ ਗੱਲਬਾਤ ਕੀਤੀ ਉਹ ਕਹਿੰਦੇ ਨੇ ਕਿ ਇਹ ਜਿਹੜਾ ਮੈਟਰ ਹੈ ਪੋਲਿਸੀ ਮੈਟਰ ਕੈਬਨਿਟ ਮੰਤਰੀ ਦਾ ਕੰਮ ਹੁੰਦਾ ਪੋਲਿਸੀ ਮੈਟਰ ਬਣਾਉਣਾ ਪੋਲਿਸੀ ਦੇ ਵਿੱਚ ਕੋਈ ਤਰੁੱਟੀ ਸੀਗੀ ਤਾਂ ਦੱਸਣ
ਜੇ ਕਿਸ ਤਰ੍ਹਾਂ ਦੇ ਟੈਂਡਰ ਦਿੱਤੇ ਗਏ ਇਹ ਲੋਕਲ ਲੈਵਲ ਤੇ ਸਾਰਾ ਕੁਝ ਤੈਅ ਹੁੰਦਾ ਹੈ, ਇਹਦੇ 'ਚ ਉਹਨਾਂ ਦੀ ਕੋਈ ਭੂਮਿਕਾ ਨਹੀਂ ਹੈ। ਜਿਹੜੀ ਪਾਲਿਸੀ ਬਣਾਈ ਗਈ ਆ ਉਹੀ ਤਾਂ ਗੇਮ ਪਲਾਨ ਸੀ। ਜੋ ਡਿਪਾਰਟਮੈਂਟ ਦੇ ਆਫੀਸਰ ਆਰ ਕੇ ਸਿੰਗਲਾ ਜੀ ਡਿਸਮਿਸ ਕੀਤੇ ਗਏ ਆ, ਉਹਨਾਂ ਨੇ ਤਾਂ ਪਾਲਿਸੀ ਬਣਾਈ, ਉਹਨਾਂ ਨੂੰ ਕੰਮ ਕਿਹਨੇ ਦਿੱਤਾ? ਉਹ 85 ਕਰੋੜ ਦੀਆਂ 4 ਸੀਟਾਂ ਉਹਨਾਂ ਤੇ ਚੱਲ ਰਹੀਆਂ ਸੀ। ਕਿਹਨੇ ਸਾਰੀ ਇੰਨੀਆਂ ਸੈਂਸਿਟਿਵ ਕੰਮ ਉਹਨਾਂ ਨੂੰ ਦਿੱਤੇ? ਟੈਂਡਰ ਦਾ, ਸੀਬੀਸੀ ਦਾ ਚੇਅਰਮੈਨ ਲਾਣਾ, ਕਰੇਟਾਂ ਦਾ ਕੰਮ ਦੇਣਾ, ਕਿਹਨੇ ਦਿੱਤਾ? ਜੇ ਪਾਲਿਸੀ ਬਣਾਈ ਸੀ ਕੈਬਨਿਟ ਤੋਂ ਅਪਰੂਵ ਹੁੰਦੀ ਹੈ, ਕੈਬਨਿਟ ਕੋਲੇ ਜਾਣਾ ਇੱਕ ਪੂਰੀ ਇੰਡੀਆ ਦੀ ਜਿੰਨੀਆਂ ਪਾਲਿਸੀਆਂ ਜਾਂ ਪੰਜਾਬ ਦੀ ਜਿੰਨੀ ਪਾਲਿਸੀ ਬਣਦੀ ਹੈ ਇੱਕ ਰੂਟੀਨ ਐਕਸਰਸਾਈਜ਼ ਹੈ। ਉੱਥੇ ਕਿਹੜੀ ਸਕੂਟਰੀ ਲੱਗੀ ਹੋਈ ਸੀ ਵੀ ਜਿਹਨੇ ਆਡਿਟ ਕਰਕੇ ਦੱਸਣਾ ਸੀ ਵੀ ਇਹ ਸਕੈਮ ਪ੍ਰੂਫ ਹੈ? ਕੋਈ ਸਿਸਟਮ ਨਹੀਂ ਐਸਾ। ਉਹ ਸਿਰਫ ਗੁੰਮਰਾਹ ਕਰਨ ਦੇ ਤਰੀਕੇ ਨੇ। ਅਸੀਂ ਉਹਨਾਂ ਨੂੰ ਹੀ ਚੈਲੰਜ ਕੀਤਾ ਤੇ ਵਿਲਨ ਨੇ ਜਦੋਂ ਡਿਟੇਲ 'ਚ ਜਾ ਕੇ ਦਿੱਤਾ ਦੇਖਿਆ ਤੇ ਸਾਡੇ ਫੈਕਟਸ ਬਿਲਕੁਲ ਸਹੀ ਪਾਏ ਗਏ। ਤਾਂ ਤੁਹਾਨੂੰ ਲੱਗਦਾ ਹੈ ਕਿ ਇਸ ਸਾਰੀ ਕਾਰਵਾਈ ਦੇ ਵਿੱਚ ਜਾਂ ਇਸ ਸਾਰੇ ਘੁਟਾਲੇ ਦੇ ਪਿੱਛੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਭੂਮਿਕਾ ਹੈਗੀ ਹੈ? ਸਰ 100% 99 ਵੀ ਨਹੀਂ, 101 ਵੀ ਨਹੀਂ, 100%। 100 ਦਾ ਮਤਲਬ ਹੁੰਦਾ ਬਿਲਕੁਲ ਐਕੂਰੇਟ, ਕਿਤੇ ਵੀ ਕੋਈ ਗਲਤੀ ਨਹੀਂ ਹੈ। 100% ਹੋਇਆ। ਐਸਾ ਕਾਲਾ ਹਨੇਰਾ, ਐਸਾ ਕਾਲਾ ਸਮਾਂ ਟੈਂਡਰ ਸਾਡੇ ਸਿਸਟਮ 'ਚ ਕਦੇ ਨਹੀਂ ਆਇਆ ਜੋ ਭਾਰਤ ਭੂਸ਼ਣ ਆਸ਼ੂ ਜੀ ਨੇ 3 ਸਾਲ ਚਲਾਇਆ, 20, 21, 22। ਤਾਂ ਪਰ ਮੰਤਰੀ ਤਾਂ ਉਹ ਪਹਿਲਾਂ ਵੀ ਰਹੇ ਨੇ। ਪਹਿਲਾਂ ਸ਼ੁਰੂਆਤ ਤੁਸੀਂ 20, 21, 22 ਲਾਸਟਲੇ 3 ਸਾਲਾਂ ਦਾ ਜ਼ਿਕਰ ਕਰ ਰਹੇ ਹੋ ਆਪਣੀ ਸ਼ਿਕਾਇਤ ਦੇ ਵਿੱਚ ਵੀ, ਤੇ ਉਹ ਉਸ ਸਮੇਂ ਦੇ ਟਰਨਿਓਰ ਦੇ ਦੌਰਾਨ ਹੀ ਜਿਹੜਾ ਹੈਗਾ ਇਸ ਘੁਟਾਲੇ ਦੀ ਜਿਹੜੀ ਹੈਗੀ ਜਾਂਚ ਦੀ ਮੰਗ ਕਰ ਰਹੇ ਹੋ। ਦੇਖੋ 18 ਦੇ ਵਿੱਚ ਭਾਰਤ ਭੂਸ਼ਣ ਸਾਹਿਬ ਮੰਤਰੀ ਬਣਦੇ ਨੇ, 17 'ਚ ਕਾਂਗਰਸ ਸਰਕਾਰ ਬਣਦੀ ਹੈ। ਪਹਿਲਾਂ ਸ਼ਾਇਦ ਕੈਪਟਨ ਸਾਹਿਬ ਕੋਲੇ ਡਿਪਾਰਟਮੈਂਟ ਸੀ, ਮੈਨੂੰ ਨਹੀਂ ਪਤਾ, ਮੇਬੀ 18 ਦੇ ਵਿੱਚ ਮੰਤਰੀ ਬਣਦੇ ਨੇ, ਉਦੋਂ ਟੈਂਡਰ ਫਾਈਨਲ ਹੋ ਚੁੱਕੇ ਹੁੰਦੇ ਨੇ। ਉਸ ਤੋਂ ਬਾਅਦ ਸਿਰਫ 19 ਦੇ ਵਿੱਚ ਉਹ ਟੈਂਡਰ ਕਰਾਉਂਦੇ ਨੇ, ਜਿਹਦੇ ਵਿੱਚ ਸਾਡੇ ਕੋਲੇ ਉਹਨਾਂ ਦੇ ਪ੍ਰਤੀ ਕੋਈ ਵੱਡੀਆਂ ਗੱਲਾਂ ਨਹੀਂ। ਅਸੀਂ ਕਿਉਂ ਉਹਨੂੰ ਬੇਬੁਨਿਆਦੀ ਗੱਲਾਂ ਨੂੰ ਛੇੜੀਏ ਜਿਹਦਾ ਸਾਡੇ ਕੋਲ ਕੋਈ ਫੈਕਟਸ ਜਾਂ ਸਬੂਤ ਨਹੀਂ ਹੈ। ਜਦੋਂ ਜਿਹੜੀਆਂ ਚੀਜ਼ਾਂ ਸਾਡੇ ਸਾਹਮਣੇ ਆਈਆਂ ਅਸੀਂ ਉਹ ਪਬਲਿਕਲੀ ਕਰ ਰਹੇ ਹਾਂ। ਤਾਂ ਤੁਸੀਂ ਕਹਿੰਦੇ ਹੋ ਕਿ 20, 21, 22 ਲਾਸਟਲੇ 3 ਸਾਲਾਂ ਦੇ ਵਿੱਚ ਜਿਹੜਾ ਵਾ ਇਸ ਘੁਟਾਲੇ ਨੂੰ ਅੰਜਾਮ ਦਿੱਤਾ ਗਿਆ ਜਾਂ ਇਸ ਤਰ੍ਹਾਂ ਦੀਆਂ ਜੋ ਬੇਨਿਯਮੀਆਂ ਜਿਹੜੀਆਂ ਹੈਗੀਆਂ ਮਹਿਕਮੇ ਦੇ ਵਿੱਚ ਦੇਖਣ ਨੂੰ ਮਿਲੀਆਂ? 100% ਸਰ। ਬੇਨੀਮੀਆਂ ਦੇ ਇਲਾਵਾ ਪਾਲਿਸੀ ਬਣਾਉਣਾ, ਪਬਲਿਕ ਮਨੀ ਡਰੇਨੇਜ, ਸਰਕਾਰੀ ਪੈਸੇ ਦੀ ਨਿਕਾਸੀ ਤੇ ਉਹਨੂੰ ਲੁੱਟਣਾ ਤੇ ਉਹਨੂੰ ਵੰਡਣਾ, ਉਹਦਾ ਤਰੀਕਾ ਬਣਾਇਆ ਗਿਆ ਪਾਲਿਸੀ ਦਾ ਬਹਾਨਾ ਲੈ ਕੇ। ਪਾਲਿਸੀ ਤੇ ਬਹਾਨੇ ਤੇ ਇਸ ਦੇਸ਼ ਦੇ ਵਿੱਚ ਕੋਈ ਸ਼ਾਤਿਰ ਕਾਨੂੰਨ ਦਾ ਬਹਾਨਾ ਲੈ ਕੇ ਜੇ ਬੈਨੀਫਿਟ ਲਵੇ, ਉਹ ਪੁਲਿਸ ਦਾ ਕੰਮ ਹੈ ਦੇਖਣਾ ਵੀ ਉਹ ਕਾਨੂੰਨ ਦਾ ਬੈਨੀਫਿਟ ਕਿੱਦਾਂ ਲੈ ਰਿਹਾ, ਉਹਨੂੰ ਕਿੱਦਾਂ ਰੋਕਣਾ। ਇਹਨਾਂ ਨੇ ਪਾਲਿਸੀ ਦਾ ਬਹਾਨਾ ਲੈ ਕੇ ਸ਼ਾਤਿਰਾਂ ਨੇ ਲੁੱਟ ਕੀਤੀ ਹੈ 100% ਕੀਤੀ ਆ, ਔਰ ਅਸੀਂ ਉਹਦਾ ਡਟ ਕੇ ਵਿਰੋਧ ਕੀਤਾ ਔਰ ਗਾਹਾਂ ਵੀ ਕਰਾਂਗੇ। ਤਾਂ ਹੁਣ ਕੀ ਲੱਗਦਾ ਕਿ ਹੁਣ ਟੇਲੂ ਰਾਮ ਦੀ ਗ੍ਰਿਫਤਾਰੀ ਹੋਈ, ਉਸ ਤੋਂ ਬਾਅਦ ਪੀਏ ਮੀਨੂ ਨੂੰ ਨਾਮਜ਼ਦ ਕੀਤਾ ਗਿਆ, ਬੇਸ਼ੱਕ ਉਹਦੀ ਗ੍ਰਿਫਤਾਰੀ ਨਹੀਂ ਹੋਈ, ਤੇ ਹੁਣ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਵਿਜੀਲੈਂਸ ਦੀ ਗ੍ਰਿਫਤ ਦੇ ਵਿੱਚ ਨੇ। ਤਾਂ ਇਸ ਸਾਰੇ ਜਾਂਚ ਨੂੰ ਲੈ ਕੇ, ਗ੍ਰਿਫਤਾਰੀਆਂ ਨੂੰ ਲੈ ਕੇ ਤੁਹਾਡਾ ਕੀ ਇਹ ਕਹਿਣਾ ਤੇ ਅੱਗੇ ਕੀ ਤੁਸੀਂ ਮੰਗ ਕਰਦੇ ਹੋ? ਦੇਖੋ ਇਹ ਵਿਜੀਲੈਂਸ ਇਨਕੁਆਇਰੀ ਚੱਲ ਰਹੀ ਹੈ, ਉਹਨਾਂ ਨੇ ਜਿਹਨੂੰ ਗ੍ਰਿਫਤਾਰ ਕਰਨਾ ਹੈ ਉਹ ਵਿਜੀਲੈਂਸ ਦਾ ਪਾਰਟ ਹੈ, ਉਹਦੇ 'ਚ ਮੈਂ ਜ਼ਿਆਦਾ ਨਹੀਂ ਬੋਲੂੰਗਾ, ਨਾ ਮੈਂ ਇਨਵੈਸਟੀਗੇਸ਼ਨ ਦੇ ਬੋਲੂੰਗਾ। ਸਾਡਾ ਕੰਮ ਸੀ ਆਪਣੀ ਕੰਪਲੇਂਟ ਦੇ ਉੱਪਰ ਤੁਹਾਨੂੰ ਬਰੀਫ 'ਚ ਦੱਸਣਾ, ਅਸੀਂ ਤੁਹਾਨੂੰ ਸਾਰੀ ਡਿਟੇਲ ਦੱਸ ਦਿੱਤੀ। ਹੁਣ ਇਹ ਵਿਜੀਲੈਂਸ ਨੇ ਦੇਖਣਾ ਕਿਹਨੂੰ ਗ੍ਰਿਫਤਾਰ ਕਰਨਾ, ਕਦੋਂ ਕਰਨਾ, ਕਿੱਥੋਂ ਕਰਨਾ, ਕਿਹੜੇ ਤਰੀਕੇ ਉਹਨਾਂ ਅਪਣਾਣੇ, ਉਹ ਵਿਜੀਲੈਂਸ ਦਾ ਕੰਮ ਹੈ, ਉਹਦੇ ਸਾਡੇ ਜ਼ਿਆਦਾ ਅਸੀਂ ਡਿਟੇਲ ਨਹੀਂ ਦੱਸ ਸਕਦੇ। ਕਾਫੀ ਲੰਬੀ ਜਾਂਚ ਚੱਲੀ ਹੈ, ਕਾਫੀ ਲੰਬੇ ਸਮੇਂ ਤੋਂ ਤੁਸੀਂ ਸ਼ਿਕਾਇਤਾਂ ਕਰ ਰਹੇ ਹੋ, ਪ੍ਰੈਸ ਕਾਨਫਰੰਸਾਂ ਕਰ ਰਹੇ ਹੋ, ਤੁਹਾਡੇ ਨਾਲ ਵੀ ਕੋਈ ਰਾਬਤਾ ਕਾਇਮ ਕੀਤਾ ਗਿਆ ਕਿ ਤੁਸੀਂ ਇਸ ਤਰ੍ਹਾਂ ਦਾ ਕੰਮ ਨਾ ਕਰੋ ਜਾਂ ਸ਼ਿਕਾਇਤਾਂ ਨਾ ਕਰੋ, ਜਾਂ ਕੁਝ ਤੁਹਾਡੇ ਨਾਲ ਵੀ ਕੋਈ ਗੱਲਬਾਤ ਜਾਂ ਕੋਈ ਸੁਨੇਹਾ ਤੁਹਾਡੇ ਤੱਕ ਵੀ ਪਹੁੰਚਿਆ? ਮੇਰੇ ਕੋਲ ਇਨਡਾਇਰੈਕਟਲੀ ਸੁਨੇਹੇ ਆਉਂਦੇ ਰਹੇ ਆ, ਕੁਝ ਘੁੰਮ ਘੁਮਾ ਕੇ, ਖਾਸ ਕਰ ਸਿੰਗਲਾ ਜੀ ਜ਼ਿਆਦਾ ਕੋਸ਼ਿਸ਼ ਕਰਦੇ ਸੀ, ਪਰ ਮੈਂ ਨਾ ਵਿਕਿਆ ਸੀ, ਨਾ ਮੈਂ ਵਿਕਣਾ, ਨਾ ਮੈਂ ਕਿਸੇ ਪ੍ਰੈਸ਼ਰ 'ਚ ਆਇਆ, ਨਾ ਮੈਂ ਆਣਾ ਤੇ ਨਾ ਮੈਂ ਮੰਨਣਾ। ਮੈਨੂੰ ਇਨਸਾਫ ਚਾਹੀਦਾ ਤੇ ਚਾਹੀਦਾ ਚਾਹੇ ਮੇਰੀ ਜਾਨ ਚਲੀ ਜਾਵੇ, ਉਹਦੇ ਲਈ ਮੈਂ ਤਿਆਰ ਹਾਂ। ਮੈਨੂੰ ਪਤਾ ਹੈ ਮੇਰਾ ਵਾਹ ਵਾਸਤਾ ਕਿੰਨਾ ਨਾਲ ਲੱਗਿਆ, ਪਰ ਨਾ ਮੈਂ ਡਰਨਾ, ਨਾ ਮੈਂ ਦਬਣਾ, ਨਾ ਮੈਂ ਪਿੱਛੇ ਹਟਣਾ। ਤਾਂ ਕਿੰਨੇ ਟਰਾਂਸਪੋਰਟਰ ਹੈਗੇ ਜਿਨ੍ਹਾਂ ਵੱਲੋਂ ਇਹ ਸਾਰੀਆਂ ਸ਼ਿਕਾਇਤਾਂ ਕੀਤੀਆਂ ਗਈਆਂ, ਜਿਨ੍ਹਾਂ ਨੂੰ ਇਸ ਸਾਰੀ ਕਾਰਵਾਈ ਦੇ ਉੱਤੇ ਇਤਰਾਜ਼ ਸੀਗਾ ਜਿਹੜੀ 3 ਸਾਲ ਦੇ ਵਿੱਚ ਮਹਿਕਮੇ ਵਿੱਚ ਹੋਈ? ਮੇਰੇ ਕੋਲ ਐਕੂਰੇਟ ਫਿਗਰ ਤਾਂ ਨਹੀਂ ਹੈ, ਪਰ ਪੰਜਾਬ ਭਰ ਦੇ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਲਗਭਗ ਮੇਰਾ ਅੰਦਾਜ਼ਾ ਲਗਭਗ 20 ਜਾਂ 20 ਤੋਂ ਜ਼ਿਆਦਾ ਸ਼ਿਕਾਇਤਾਂ ਵਿਜੀਲੈਂਸ ਕੋਲੇ ਆ ਚੁੱਕੀਆਂ ਨੇ, ਜੋ ਕਿ ਪਿਛਲੇ 2-2.5 ਮਹੀਨੇ ਤੋਂ ਚੱਲ ਰਹੀਆਂ ਨੇ ਉਹਨਾਂ ਕੋਲੇ, ਅੰਡਰ ਇਨਕੁਆਇਰੀ ਚੱਲ ਰਹੀਆਂ ਨੇ। ਇਨਕੁਆਇਰੀ ਕੰਪਲੀਟ ਹੋਏਗੀ, ਫਿਰ ਉਹ ਪਰਚੇ ਦਾ ਪ੍ਰੋਸੈਸ ਹੁੰਦਾ, ਉਹ ਅਲੱਗ-ਅਲੱਗ ਡਿਸਟ੍ਰਿਕਟ ਲੈਵਲ ਤੇ ਚੱਲਦੇ ਆ, ਉਹਦੇ ਬਾਰੇ ਮੈਂ ਇਸ ਤੋਂ ਜ਼ਿਆਦਾ ਨਹੀਂ ਕਹਿ ਸਕਦਾ। ਤੁਹਾਨੂੰ ਆਬਜੈਕਸ਼ਨ ਹੈਗੀ ਹੈ ਕਿ ਨਿਯਮਾਂ ਨੂੰ ਤਾਕ ਤੇ ਰੱਖ ਕੇ ਤੁਹਾਨੂੰ ਕੰਟੈਕਟ ਤੋਂ ਬਾਹਰ ਰੱਖਿਆ ਗਿਆ ਤੇ ਆਪਣੇ ਨਜ਼ਦੀਕੀਆਂ ਨੂੰ ਜਿਹੜੇ ਆ ਟੈਂਡਰ ਅਲਾਟ ਕੀਤੇ ਗਏ, ਜਿੰਦੇ ਵੱਡਾ ਘਪਲਾ ਕੀਤਾ ਤੁਸੀਂ? ਮੈਨੂੰ ਯਾਦ ਹੈ ਦਸੰਬਰ ਦੇ ਵਿੱਚ ਲੁਧਿਆਣਾ ਪ੍ਰੈਸ ਕਾਨਫਰੰਸ ਕੀਤੀ ਸੀ ਸਰਕਾਰ, ਉਦੋਂ ਦੇ ਕਿਹਾ ਸੀਗਾ ਕਿ ਜਿਨ੍ਹਾਂ ਰੇਟਾਂ ਦੇ ਉੱਤੇ ਟੈਂਡਰ ਕੀਤੇ ਗਏ ਆ ਅੱਜ ਵੀ ਅਸੀਂ ਉਹਨਾਂ ਤੋਂ ਅੱਧੇ ਰੇਟ ਦੇ ਵਿੱਚ ਟੈਂਡਰ ਲੈਣ ਨੂੰ ਤਿਆਰ ਬੈਠੇ ਆ, ਕੰਮ ਕਰਨ ਨੂੰ ਤਿਆਰ ਬੈਠੇ ਆ। ਬਿਲਕੁਲ ਸਰ, ਜਿਹੜੀ ਗੱਲ ਮੇਰੀ ਹੈ ਨਾ, ਮੈਂ ਪਰਸਨਲ ਲੈਵਲ ਤੇ ਨਹੀਂ ਕੰਮ ਕਰ ਰਿਹਾ, ਮੈਂ ਕੰਮ ਕੀਤਾ ਪੂਰੇ ਆਪਣੀ, ਜੋ ਅਸੀਂ ਸਾਰੇ ਸਮਾਜ 'ਚ ਕੰਮ ਕਰਦੇ ਆ, ਸਾਰੇ ਲੋਕ ਠੇਕੇਦਾਰ, ਉਹਨਾਂ ਦੇ ਲਈ ਮੈਂ ਕੰਮ ਕੀਤਾ ਹੈ, ਮੈਂ ਉਹਨਾਂ ਲਈ ਕੰਮ ਕੀਤਾ ਨਾ, ਇਸ ਲਈ ਮੈਂ ਸਪੈਸ਼ਲ ਹੋ ਕੇ, ਮੈਂ ਆਪਣੇ ਲਈ ਨਹੀਂ ਕੰਮ ਕੀਤਾ, ਉਹਨਾਂ ਲਈ ਕੰਮ ਕੀਤਾ।
ਤੇ ਜਿਹੜੇ ਅੱਧੇ ਰੇਟ ਤੇ ਅਸੀਂ ਕੰਮ ਕਰਦੇ ਹਾਂ ਉਹ 100% ਜ਼ਾਹਿਰ ਹੈ, ਲਗਭਗ 40%, 50%, 30% ਤੇ ਲੋਕ ਅੱਜ ਵੀ ਕੰਮ ਘੱਟ ਕਰਨ ਨੂੰ ਤਿਆਰ ਹੈ। ਨਵੇਂ ਟੈਂਡਰ ਆ ਜਾਂਦੇ ਆ, ਤੁਹਾਡੇ ਸਾਹਮਣੇ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਜਾਏਗਾ। ਤੁਹਾਨੂੰ ਲੱਗਦਾ ਕਿ ਟੈਂਡਰਾਂ ਦੇ ਵਿੱਚ ਆਪਣੇ ਚਹੇਤਿਆਂ ਨੂੰ ਖੁਸ਼ ਕਰਨ ਵਾਸਤੇ ਇਹ ਸਾਰਾ ਪ੍ਰੋਸੈਸ ਕੀਤਾ ਗਿਆ ਸੀਗਾ? ਇਹ ਕਾਰਨ ਕੀ ਲੱਗਦਾ ਕਿ ਹਾਂ ਵੀ ਇਹ ਸਾਰਾ ਕੁਝ ਕਿਉਂ ਕੀਤਾ ਗਿਆ? ਸਰ, ਚਹੇਤਿਆਂ ਨੂੰ ਖੁਸ਼ ਕਰਨ ਦੇ ਨਾਲ ਨਾਲ ਮੇਨ ਮਕਸਦ ਸੀ ਪੈਸੇ ਨੂੰ ਲੁੱਟਣਾ। ਸਰਕਾਰ ਦੇ ਪੈਸੇ ਨੂੰ ਕਿੱਦਾਂ ਬਾਹਰ ਕੱਢੀਏ, ਬਹਾਨਾ ਕੀ ਹੋਵੇ ਵੀ ਉਹ ਜ਼ਿਆਦਾ ਪੈਸਾ ਸੀ, ਕਿੱਦਾਂ ਨਿਕਾਸੀ ਬਾਹਰ ਕਰੀਏ, ਨਿਕਾਸੀ ਕਰਕੇ ਉਹਦੀ ਵੰਡ ਹੋਈ ਹੈ। ਸਿੱਧੀ ਸਿੱਧੀ ਜੀ ਗੱਲ ਹੈ। ਇਹਦੇ ਤਾਂ ਸਿੱਧਾ ਸਿੱਧਾ ਬਹੁਤ ਬੜਾ ਫਰਾਡ ਹੈ ਇਹ। ਇਹਦੇ 'ਚ ਕੋਈ ਐਸੀ ਗੱਲ ਨਹੀਂ। ਹੁਣ ਉਹ ਸਾਰਾ ਕੁਝ ਤੇਲੂ ਰਾਮ ਫੜਿਆ ਗਿਆ, ਉਹਦਾ ਸਭ ਕੁਝ ਸਾਹਮਣੇ ਆ ਜਾਏਗਾ। ਉਹਨੇ ਕਿੰਨੀ ਜਾਇਦਾਦ ਬਣਾਈ, ਕਿੱਥੋਂ ਬਣਾਈ, ਪਹਿਲਾਂ ਉਹਦੇ ਕੋਲ ਕੀ ਸੀ, ਅੱਜ ਕੀ ਹੈ, ਬਾਕੀ ਹੋਰਾਂ ਕੋਲੇ ਕੀ ਹੈ, ਸਭ ਕੁਝ ਸਾਹਮਣੇ ਆ ਜਾਏਗਾ। ਕਰੋੜਾਂ ਰੁਪਏ ਦੇ ਜੋ ਲੱਖਾਂ ਦੇ ਮਾਲਕ ਨਹੀਂ ਸੀ, ਉਹ ਕਰੋੜਾਂ ਰੁਪਏ ਦੀਆਂ ਗੱਲਾਂ ਕਰਦੇ ਆ, ਕਰੋੜਾਂ ਰੁਪਏ ਦੇ ਕੰਮ ਕਰਦੇ ਆ, ਕਰੋੜਾਂ ਰੁਪਏ ਉਹਨਾਂ ਕੋਲ ਹੈਗੇ ਆ, ਕਰੋੜਾਂ ਦੀਆਂ ਜਾਇਦਾਦਾਂ ਨੇ। ਤਾਂ ਤੁਹਾਨੂੰ ਲੱਗਦਾ ਕਿ ਟੋਟਲ ਕਿੰਨੇ ਕੁ ਕਰੋੜ ਦਾ ਘੁਟਾਲਾ ਇਹ ਸਾਰਾ ਹੋ ਸਕਦਾ ਵਾ? ਕਿਉਂਕਿ ਤੁਸੀਂ ਤਾਂ ਬੜੇ ਇਸ ਅੰਦਰ ਤੱਕ ਇਸ ਨੂੰ ਜਾਣਦੇ ਹੋ। ਮੇਰੀ ਡਿਟੇਲ ਦੇ ਵਿੱਚ, ਮੇਰੇ ਅੰਦਾਜ਼ੇ ਦੇ ਵਿੱਚ ਹੋ ਸਕਦਾ ਕੁਝ ਫਿਗਰ ਥੋੜੀ ਘੱਟ ਹੋਵੇ, ਥੋੜੀ ਜ਼ਿਆਦਾ ਹੋਵੇ। ਜੇ ਲੰਬਾ ਸਮਾਂ ਚੱਲਦਾ ਤੇ ਬਹੁਤ ਹਜ਼ਾਰਾਂ ਕਰੋੜ 'ਚ ਜਾਣਾ ਸੀ। ਮੇਰੇ ਅੰਦਾਜ਼ੇ ਨਾਲ 1500 ਤੋਂ 2000 ਕਰੋੜ ਦੇ ਵਿੱਚ ਪੂਰੇ ਪੰਜਾਬ ਦਾ 3 ਸਾਲ ਦਾ ਘੁਟਾਲਾ ਹੈ। ਪਰ ਭਾਰਤ ਭੂਸ਼ਣ ਆਸ਼ੂ ਕਹਿੰਦੇ ਨੇ ਕਿ 700 ਕਰੋੜ ਦੇ ਤਾਂ ਟੋਟਲ ਟੈਂਡਰ ਵੀ ਨਹੀਂ ਸੀਗੇ, ਜਿਹੜਾ 2-2000 1500 ਕਰੋੜ ਦੇ ਘੁਟਾਲੇ ਦੱਸੀ ਜਾਂਦੇ ਆ। ਸਰ, ਉਹਨਾਂ ਦੀ ਬਿਲਕੁਲ ਗਲਤ ਤਰੀਕੇ ਹੈ। ਇਹਦੇ ਵਿੱਚ ਅਲੱਗ-ਅਲੱਗ ਆਪਰੇਸ਼ਨ ਹੁੰਦੇ ਆ। ਕਣਕ ਇੱਕ ਆਉਂਦੀ ਹੈ, ਇੱਕ ਆਪਰੇਸ਼ਨ। ਕਣਕ ਦੁਬਾਰਾ ਦੂਜੀਆਂ ਸਟੇਟਾਂ ਨੂੰ ਜਾਂਦੀ ਹੈ, 2 ਆਪਰੇਸ਼ਨ। ਝੋਨਾ ਮੰਡੀ ਵਿੱਚੋਂ ਆ ਕੇ ਸ਼ੈਲਰਾਂ ਵਿੱਚ ਲੱਗਦਾ 3 ਆਪਰੇਸ਼ਨ। ਝੋਨੇ ਦੇ ਚੌਲ ਬਣ ਕੇ ਆਉਂਦੇ 4 ਆਪਰੇਸ਼ਨ। ਚੌਲ ਬਣ ਕੇ ਚੌਲ ਬਾਹਰ ਨੂੰ ਅਦਰ ਸਟੇਟ ਨੂੰ ਜਾਂਦੇ ਆ 5 ਆਪਰੇਸ਼ਨ। ਉਹਨਾਂ ਦੀ ਟਰਾਂਸਪੋਰਟੇਸ਼ਨ, ਉਹਨਾਂ ਦੀ ਕਾਰਟੇਜ, ਜਿਹੜਾ ਡੀਪੂਆਂ ਨੂੰ 2 ਰੁਪਏ ਕਿਲੋ ਕਣਕ ਜਾਂਦੀ ਹੈ, ਸਾਰੇ ਆਪਰੇਸ਼ਨ ਨੂੰ ਜਦੋਂ ਤੁਸੀਂ ਲਾਓਗੇ ਇਹ ਬਹੁਤ ਬੜੇ ਲੈਵਲ ਤੇ ਆ। ਉਹਨਾਂ ਦੀ ਹੋ ਸਕਦਾ ਸਾਡਾ ਜਿਹੜਾ ਅੰਦਾਜ਼ਾ ਉਹ ਥੋੜਾ ਕਿਤੇ ਅੱਗੇ ਪਿੱਛੇ ਹੋਵੇ, ਪਰ ਐਸਾ ਨਹੀਂ ਹੈ ਕਿ ਉਹ ਅੰਦਾਜ਼ਾ ਬਿਲਕੁਲ ਹੀ ਗਲਤ ਹੈ। ਐਸਾ ਬਿਲਕੁਲ ਨਹੀਂ ਹੈ, ਬਿਲਕੁਲ ਵੀ ਨਹੀਂ ਹੈ। ਸੋ ਉਹਨਾਂ ਨੂੰ ਨਹੀਂ ਇਹ ਸਮਝ ਆ ਰਿਹਾ ਉਹ ਕਿਉਂ ਕਹਿ ਰਿਹਾ। ਇਹਦੇ ਨਾਲ ਸਿੱਧੀ ਰਾਸ਼ਟਰ ਦੀ, ਸਟੇਟ ਦੀ ਪੈਸੇ ਦੀ ਲੁੱਟ ਹੋਈ ਹੈ, ਡਾਇਰੈਕਟ ਔਰ ਇਨਡਾਇਰੈਕਟ। ਤਾਂ ਹੁਣ ਮੇਰਾ ਲਾਸਟ ਕੁਐਸਚਨ ਹੈ, ਤਾਂ ਇਹ ਸਾਰੀ ਕਾਰਵਾਈ ਸ਼ੁਰੂ ਹੋ ਗਈ ਹੈ, ਤੁਸੀਂ ਕਿਸ ਤਰ੍ਹਾਂ ਦੀ ਇਸ ਮੰਗ ਕਰਦੇ ਹੋ ਕਿ ਹਾਂ ਵੀ ਇਸ ਦੇ ਵਿੱਚ ਜਿਹੜਾ ਵਾ ਫੈਸਲਾ ਕਿਸ ਤਰ੍ਹਾਂ ਦੀ ਮੰਗ ਕਰਦੇ ਹੋ ਜਾਂ ਸਜ਼ਾ ਕਿਸ ਤਰ੍ਹਾਂ ਦੀ ਮੰਗ ਕਰਦੇ ਹੋ? ਦੇਖੋ, ਅਸੀਂ ਇਹ ਚਾਹੁੰਦੇ ਹਾਂ ਬਿਲਕੁਲ ਨਿਸ਼ਪਕਸ਼ ਜਾਂਚ ਹੋਣੀ ਚਾਹੀਦੀ ਹੈ। ਜੋ ਹੁਣ ਤੱਕ ਹੋਈ ਹੈ, ਸਾਨੂੰ ਪੂਰੀ ਉਮੀਦ ਹੈ ਵਿਜੀਲੈਂਸ ਅੱਗੇ ਵੀ ਪੂਰੀ ਨਿਸ਼ਪਕਸ਼ਤਾ ਨਾਲ ਜਾਂਚ ਕਰੇਗੀ ਤੇ ਜਿਹੜੇ ਦੋਸ਼ੀਆਂ ਨੇ ਜੋ ਵੀ ਕ੍ਰਾਈਮ ਕੀਤਾ ਹੈ ਉਹਨੂੰ ਕਾਨੂੰਨ ਦੇ ਮੁਤਾਬਕ ਸਜ਼ਾ ਤੱਕ ਪਹੁੰਚਾਉਣਾ ਸਾਡਾ ਮਕਸਦ ਹੋਏਗਾ ਤੇ ਇਹੀ ਸਾਡੀ ਉਮੀਦ ਹੈ, ਐਸਾ ਹੀ ਹੋਏਗਾ। ਮੇਰੀ ਹੁਣੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨਾਲ ਗੱਲ ਹੋਈ ਆ, ਕਾਂਗਰਸੀਆਂ ਨਾਲ ਗੱਲ ਹੋਈ ਆ। ਉਹ ਕਹਿੰਦੇ ਕਿ ਭਾਰਤ ਭੂਸ਼ਣ ਆਸ਼ੂ ਨੂੰ ਲੋਕ ਜਾਣਦੇ ਨੇ ਕਿ 1 ਰੁਪਏ ਦਾ ਵੀ ਕਿਸੇ ਕੋਲ 1 ਰੁਪਇਆ ਵੀ ਲਿੱਤਾ ਹੋਵੇ ਤਾਂ ਜੋ ਕਹਿਣਾ ਉਹ ਦੇਣਾ। ਰਾਤ ਨੂੰ 2 ਵਜੇ ਤੱਕ ਕਾਂਗਰਸ ਵਰਕਰ ਇੱਥੇ ਬੈਠੇ ਰਹੇ ਆ। ਇਹ ਭਾਰਤ ਭੂਸ਼ਣ ਆਸ਼ੂ ਦੇ ਪ੍ਰਤੀ ਪਿਆਰ ਹੀ ਸੀਗਾ ਜਾਂ ਉਹਨਾਂ ਦੀ ਇਮਾਨਦਾਰੀ ਸੀਗੀ? ਭਾਜੀ, ਉਹ ਜਿਹੜੀਆਂ ਗੱਲਾਂ ਨੇ ਉਹ ਹੈਗੀਆਂ ਪੋਲੀਟੀਕਲ। ਸਾਨੂੰ ਨਹੀਂ ਆਉਂਦੀ ਪੋਲੀਟਿਕਸ ਕਰਨੀ। ਉਹਦਾ ਜੋ ਮਰਜ਼ੀ ਉਹ ਬੈਨੀਫਿਟ ਲੈਣ, ਉਹਨਾਂ ਨੂੰ ਹੋਣਾ ਨੁਕਸਾਨ ਇਸ ਗੱਲ ਦਾ। ਉਹ ਸੋਚ ਰਿਹਾ ਇਹਨਾਂ ਸਾਨੂੰ ਬੈਨੀਫਿਟ ਮਿਲਣਾ, ਬਿਲਕੁਲ ਨਹੀਂ ਮਿਲਣਾ। ਅਸੀਂ ਹੈਗੇ ਸੱਚੇ ਪੱਕੇ, ਜਿੱਥੇ ਮਰਜ਼ੀ ਚੱਲਣ, ਜਿੱਥੇ ਮਰਜ਼ੀ ਲੜਨ, ਜੋ ਮਰਜ਼ੀ ਗੱਲ ਕਰਨ, ਅਸੀਂ ਜਿੱਤਾਂਗੇ ਜਿੱਤਾਂਗੇ ਜਿੱਤਾਂਗੇ। ਰਹੀ ਗੱਲ ਜਿਹੜੀ ਉਹਨਾਂ ਦੇ ਵੀ ਉਹ ਭਾਰਤ ਭੂਸ਼ਣ ਆਸ਼ੂ ਜੀ ਨੇ ਕੋਈ ਪੈਸਾ ਨਹੀਂ ਲਿਆ, ਮੈਂ ਕੱਲ ਬਿੱਟੂ ਜੀ ਦਾ ਬਿਆਨ ਦੱਸਣਾ ਚਾਹੁੰਦਾ। ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਕਿਹਾ ਇਹੀ ਠੇਕੇਦਾਰ ਸਾਡੇ ਬਾਰੇ, ਉਹਨਾਂ ਨੇ ਕਿਹਾ ਇਹੀ ਠੇਕੇਦਾਰ ਆਸ਼ੂ ਜੀ ਦੇ। ਪਹਿਲਾਂ ਤਾਂ ਬਿੱਟੂ ਜੀ ਇਹ ਪ੍ਰੂਵ ਕਰ ਦੇਣ ਅਸੀਂ ਆਸ਼ੂ ਜੀ ਦੇ ਘਰੇ ਗਏ ਆ, ਜੋ ਕਹਿਣਗੇ ਉਹ ਹੋਏਗਾ। ਦੂਸਰੇ ਨੰਬਰ ਤੇ ਬਿੱਟੂ ਜੀ ਨੇ ਐਕਸੈਪਟ ਕਰ ਲਿਆ ਵੀ ਠੇਕੇਦਾਰ ਆਸ਼ੂ ਜੀ ਦੇ ਘਰੇ ਜਾਂਦੇ ਸੀਗੇ ਠੇਕਿਆਂ ਲਈ, ਐਕਸੈਪਟ ਕਰ ਲਿਆ, ਸਾਨੂੰ ਕਹਿਣ ਦੀ ਲੋੜ ਨਹੀਂ ਪਈ। ਹੁਣ ਇਹ ਬਿੱਟੂ ਜੀ ਜਵਾਬ ਦੇਣਗੇ ਉਹਨਾਂ ਨੇ ਇਹ ਗੱਲ ਕਿਉਂ ਕਹੀ, ਉਹਨਾਂ ਨੇ ਕਦੋਂ ਠੇਕੇਦਾਰ ਦੇਖੇ ਸੀ, ਕਿਹੜੇ ਕਿਹੜੇ ਦੇਖੇ ਸੀ, ਇਹ ਉਹ ਦੱਸਣਗੇ। ਜੀ ਬਿਲਕੁਲ, ਇਹ ਸੀਗੇ ਟਰਾਂਸਪੋਰਟ ਜਿਨ੍ਹਾਂ ਦੇ ਸ਼ਿਕਾਇਤ ਦੇ ਉੱਤੇ ਵਿਜੀਲੈਂਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਤੇ ਖੁਲਾਸੇ ਕਰਦੇ ਨਜ਼ਰ ਆਏ ਸੀਗੇ ਕਿ ਕਿੰਨੇ ਕਰੋੜ ਦਾ ਘੁਟਾਲਾ ਵਾ ਤੇ ਕਿਸ ਤਰ੍ਹਾਂ ਇਸ ਘੁਟਾਲੇ ਨੂੰ ਅੰਜਾਮ ਦਿੱਤਾ ਗਿਆ, ਜਿਸ ਦੀ ਜਾਂਚ ਤੋਂ ਬਾਅਦ ਹੁਣ ਵੱਡੀਆਂ ਗ੍ਰਿਫਤਾਰੀਆਂ ਵਿਜੀਲੈਂਸ ਵੱਲੋਂ ਕੀਤੀਆਂ ਜਾ ਰਹੀਆਂ। ਪਹਿਲਾਂ ਟਰਾਂਸਪੋਰਟਰ ਤੇਲੂ ਰਾਮ ਨੂੰ ਗ੍ਰਿਫਤਾਰ ਕੀਤਾ ਗਿਆ, ਉਸ ਤੋਂ ਬਾਅਦ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫਤਾਰੀ ਹੁੰਦੀ ਆ। ਕਹਿੰਦੇ ਨੇ ਕਿ ਨਿਸ਼ਪਕਸ਼ ਜਾਂਚ ਹੋਏਗੀ ਤਾਂ ਅਸੀਂ ਇਸ ਕੇਸ ਨੂੰ ਜਿੱਤਾਂਗੇ, ਤਾਂ ਵੱਡੀਆਂ ਸਜ਼ਾਵਾਂ ਮਿਲਣਗੀਆਂ। ਜਿਨ੍ਹਾਂ ਨੇ ਦੋਸ਼ ਕੀਤਾ ਵਾ ਕਰੋੜਾਂ ਰੁਪਏ ਦਾ ਰਾਸ਼ਟਰੀ ਨੁਕਸਾਨ ਕੀਤਾ ਵਾ, ਦੇਸ਼ ਦੇ ਖਜ਼ਾਨੇ ਨੂੰ ਲੁੱਟਿਆ ਵਾ, ਲੁੱਟ ਕੀਤੀ ਹੈ, ਵੱਡੇ ਇਲਜ਼ਾਮ ਜਿਹੜੇ ਨੇ ਲਗਾਉਂਦੇ ਨਜ਼ਰ ਆ ਰਹੇ ਨੇ ਟਰਾਂਸਪੋਰਟ ਟੈਂਡਰ ਘੁਟਾਲੇ ਦੇ ਸ਼ਿਕਾਇਤਕਰਤਾ ਗੁਰਪ੍ਰੀਤ ਸਿੰਘ। ਹੁਣ ਦੇਖਣਾ ਇਹ ਹੋਏਗਾ ਕਿ ਵਿਜੀਲੈਂਸ ਦੀ ਜਾਂਚ ਦੇ ਵਿੱਚ ਕੀ ਨਿਕਲ ਕੇ ਸਾਹਮਣੇ ਆਉਂਦਾ ਵਾ ਤੇ ਇਸ ਦੇ ਵਿੱਚ ਕੌਣ-ਕੌਣ ਦੋਸ਼ੀ ਜਿਹੜੇ ਨੇ ਆਉਣ ਵਾਲੇ ਟਾਈਮ ਦੇ ਵਿੱਚ ਸਾਹਮਣੇ ਆਉਂਦੇ ਨੇ। ਕੈਮਰਾ ਪਰਸਨ ਸਾਗਰ ਦੇ ਨਾਲ ਵਿਵੇਕ ਕਲ, ਚਰਚਾ ਟੀਵੀ ਲੁਧਿਆਣਾ।